ਆ ਦੇਖੋ ਸਾਡੇ ਆ ਟਰੱਕ ਆ ਤੁਸੀਂ ਦੇਖ ਰਹੇ ਹੋ ਮੇਰਾ ਇਹਦੇ ਵਿੱਚ ਪੱਕਾ ਬੈਗ ਪਿਆ ਆ। ਏਜੰਸੀ ਦੀ ਨਿਗਾਹ ਸਾਡੇ ਤੇ ਲੱਗੀ ਹੋਈ ਆ ਵੀ ਇਹ ਕੀ ਸਲਾਹਾਂ ਕਰ ਰਿਹਾ, ਇਹਨਾਂ ਦੀ ਅਗਲੀ ਵਿਉਂਤਬੰਦੀ ਕੀ, ਇਹਨਾਂ ਨੂੰ ਦੇਖਦੇ ਹੋਏ ਜਿਹੜਾ ਮੀਟਿੰਗਾਂ ਤਾਂ ਹੋਟਲਾਂ ਦੇ ਵਿੱਚ ਹੀ ਕਰਨੀਆਂ ਪੈਣਗੀਆਂ, ਸੇਫ ਜਗ੍ਹਾ ਤੇ ਹੀ ਕਰਨੀਆਂ ਪੈਣਗੀਆਂ। ਜਿਹੜੀ ਸਾਡੀ ਰਿਹਾਇਸ਼ ਆ, ਰਿਹਾਇਸ਼ ਤੁਸੀਂ ਦੇਖ ਸਕਦੇ ਆ। ਅਸੀਂ ਇੱਥੇ ਰਜਾਈਆਂ ਤਾਂ ਸਾਡੇ ਭਰਾ ਬੈਠੇ ਆ ਸਾਰੇ, ਵਿੱਚ ਸਾਡੇ ਪੂਰੇ ਇੱਥੇ ਬਿਸਤਰੇ ਲੱਗੇ ਹੋਏ ਆ। ਸਵੇਰੇ ਤੁਸੀਂ ਸਾਨੂੰ ਇੱਥੇ ਪੈਟਰੋਲ ਪੰਪ ਤੇ ਦੇਖ ਸਕਦੇ ਆ, ਇਸ਼ਨਾਨ ਕਰੀਦਾ ਆ, ਉੱਥੇ ਨਹਾਈਦਾ, ਆਪਣੇ ਕੱਪੜੇ ਧੋਈਦੇ ਆ। ਪ੍ਰੀਤ ਬਿੱਟੂ ਹੋਰੀ ਵੀ ਕਹਿੰਦੇ ਨੇ, ਕਹਿੰਦੇ ਜਿਸ ਦਿਨ ਪਾਣੀ ਦੀਆਂ ਬੁਛਾੜਾਂ ਪਈਆਂ ਉਹ ਵੀ ਆਮ ਕਿਸਾਨ ਤੇ ਪਈਆਂ। ਸਬੂਤ ਆ ਸਾਡੇ ਕੋਲ। ਮੈਂ ਬਿੱਟੂ ਜੀ ਨੇ ਇਹ ਗੱਲ ਕਹਿਣਾ ਚਾਹੁੰਦਾ ਕਿ ਇਹ ਚਲੋ ਇਦਾਂ ਦਾ ਤੁਸੀਂ ਬਿਆਨਬਾਜ਼ੀ ਨਾ ਕਰਿਆ ਕਰੋ। ਜੇ ਤਾਂ ਤੁਸੀਂ ਆਏ ਤਾਂ ਫਿਰ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹ ਤਾਂ ਬਿਨਾਂ ਦੇਖਣ ਤੋਂ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਪਹਿਲਾਂ ਤਾਂ ਸਰਕਾਰ ਇਸ ਗੱਲ ਤੇ ਵਜੇਦ ਸੀ ਕਿ ਜਿਹੜੇ ਸਾਡੇ ਬਣਾਏ ਕਾਨੂੰਨ ਬਿਲਕੁਲ ਸਹੀ ਆ। ਅਖੀਰ ਉਹਨਾਂ ਨੂੰ ਇਹ ਗੱਲ ਮੰਨਣੀ ਹੀ ਪੈ ਗਈ ਕਿ ਇਹਦੇ ਵਿੱਚ 8-9 ਜਿਹੜੇ ਪੁਆਇੰਟ ਆ ਉਹ ਗਲਤ ਆ। ਦੇਖੋ ਹਰਜੀਤ ਗਰੇਵਾਲ ਦੇ ਤਾਂ ਬਿਆਨ ਨਹੀਂ ਪਹਿਲਾਂ ਪੁੱਠੇ ਹੁੰਦੇ ਆ, ਉਹ ਤਾਂ ਪਹਿਲਾਂ ਵੀ ਕਈ ਵਾਰ ਤੁੱਕੀਆਂ ਜਿਹੀਆਂ ਗੱਲਾਂ ਕਰ ਚੁੱਕੇ ਆ। ਮੈਂ ਉਹਦੇ ਬਾਰੇ ਕਹਿਣਾ ਨਹੀਂ ਚਾਹੁੰਦਾ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ। ਬਹੁਤ ਸਾਰੀਆਂ ਚਰਚਾਵਾਂ ਕੁੰਡਲੀ ਬਾਰਡਰ ਤੇ ਟਿਕਰੀ ਬਾਰਡਰ ਤੇ ਧਰਨੇ ਨੂੰ ਲੈ ਕੇ ਚੱਲ ਰਹੀਆਂ ਨੇ। ਇੱਕ ਬੜੀ ਗੱਲ ਲੋਕਾਂ ਦੇ ਵੱਲੋਂ, ਕੁਝ ਲੋਕਾਂ ਦੇ ਵੱਲੋਂ ਪ੍ਰਚਾਰੀ ਜਾ ਰਹੀ ਹੈ। ਪੋਲੀਟੀਕਲ ਲੀਡਰ ਵੀ ਇਸ ਗੱਲ ਨੂੰ ਲਗਾਤਾਰ ਸਵਾਲ ਖੜੇ ਕਰ ਰਹੇ ਨੇ। ਕਹਿੰਦੇ ਵੀ ਇਹਨਾਂ ਧਰਨਿਆਂ ਦੇ ਵਿੱਚ ਜਿਹੜੇ ਕਿਸਾਨ ਆਗੂ ਮੋਹਰੇ ਲਾ ਕੇ ਇਸ ਧਰਨਿਆਂ ਨੂੰ ਚਲਾ ਰਹੇ ਨੇ, ਉਹ ਆਪ ਤਾਂ ਹੋਟਲਾਂ ਦੇ ਵਿੱਚ ਸੌਂ ਰਹੇ ਨੇ। ਨਾ ਕਹਿੰਦੇ ਉਹਨਾਂ ਦੇ ਉੱਤੇ ਕੋਈ ਪਾਣੀ ਦੀ ਵਿਛਾੜ ਪਈ, ਨਾ ਉਹਨਾਂ ਨੂੰ ਪੁਲਿਸ ਦੇ ਡੰਡੇ ਪਏ। ਜੇ ਪੁਲਿਸ ਦੇ ਡੰਡੇ ਖਾਦੇ ਤਾਂ ਉਹ ਵੀ ਆਮ ਕਿਸਾਨ ਨੇ ਖਾਦੇ। ਤੇ ਜੇਕਰ ਅੱਜ ਸੰਘਰਸ਼ ਦੇ ਵਿੱਚ ਠੰਡ 'ਚ ਸੜਕ ਦੇ ਉੱਤੇ ਰਾਤਾਂ ਕੱਟ ਰਿਹਾ ਤਾਂ ਉਹ ਵੀ ਆਮ ਕਿਸਾਨ ਕੱਟ ਰਿਹਾ। ਪਰ ਜਿਹੜੇ ਆਗੂ ਨੇ ਇਸ ਅੰਦੋਲਨ ਨੂੰ ਚਲਾ ਰਹੇ ਨੇ ਉਹ ਆਪ ਹੋਟਲਾਂ ਦੇ ਵਿੱਚ ਆਰਾਮ ਫਰਮਾਉਂਦੇ ਨੇ। ਰਾਤ ਦਾ ਕਰੀਬ ਮੈਨੂੰ ਲੱਗਦਾ 12:30 ਵਜੇ ਦਾ ਸਮਾਂ ਹੋਊਗਾ। ਤਾਂ ਅਸੀਂ ਇਸ ਚੀਜ਼ ਨੂੰ ਐਨਲਾਈਜ਼ ਕਰਨ ਦੇ ਲਈ, ਘੋਖਣ ਦੇ ਲਈ ਕੋਸ਼ਿਸ਼ ਕੀਤੀ ਹੈ ਇੱਕ ਛੋਟੀ ਜੀ। ਤਾਂ ਇੱਥੇ ਸਾਨੂੰ ਯੰਗਵੀਰ ਸਿੰਘ ਚੌਹਾਨ ਮਿਲੇ ਨੇ, ਜੋ ਸਰਕਾਰ ਦੇ ਨਾਲ ਜਿਹੜੀਆਂ ਕਿਸਾਨ ਜਥੇਬੰਦੀਆਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਉਹ ਲਗਭਗ ਸਾਰੀਆਂ ਮੀਟਿੰਗਾਂ ਦੇ ਵਿੱਚ ਮੌਜੂਦ ਰਹੇ ਨੇ। ਸਰਕਾਰ ਦੇ ਨਾਲ ਡਾਇਲੋਗ ਦਾ ਜਿਹੜਾ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨਾਂ ਵੱਲੋਂ, ਤਾਂ ਉਸ ਹਰ ਮੀਟਿੰਗ ਦਾ ਹਿੱਸਾ ਰਹੇ ਨੇ। ਦੁਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਵੀ ਨੇ। ਯੰਗਵੀਰ ਸਿੰਘ ਜੀ, ਸਵਾਗਤ ਤੁਹਾਡਾ ਹਮਦਰਦ ਟੀਵੀ ਤੇ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ। ਯੰਗਵੀਰ ਸਿੰਘ ਜੀ, ਹੁਣ ਵੀ ਤੁਸੀਂ ਮੀਟਿੰਗ ਤੋਂ ਆਏ ਹੋ, ਮੈਂ ਤੁਹਾਡੀ ਵੇਟ ਵੀ ਕੀਤੀ ਇੱਥੇ ਥੋੜ੍ਹੀ ਦੇਰ ਦੇ ਲਈ। ਇਸ ਟਾਈਮ ਪੋਜੀਸ਼ਨ ਕੀ ਹੈ, ਕਿਵੇਂ ਦੇਖ ਰਹੇ ਹੋ? ਉੱਧਰ ਕਹਿੰਦੇ ਕਾਨੂੰਨ ਰੱਦ ਨਹੀਂ ਹੋਣੇ, ਜੋ ਕਰਨਾ ਸੀ ਕਰ ਦਿੱਤਾ। ਦੇਖੋ, ਮੈਂ ਪਹਿਲਾਂ ਤੁਹਾਡੀ ਪਹਿਲੀ ਗੱਲ ਦਾ ਜਵਾਬ ਦੇ ਰਿਹਾ ਜੀ। ਜਿਹੜੇ ਇਹ ਰਾਜਨੀਤਿਕ ਲੋਕ ਕਹਿ ਰਹੇ ਆ ਕਿ ਇਹ ਜਿਹੜੇ ਲੀਡਰ ਆ ਇਹ ਹੋਟਲਾਂ ਦੇ ਵਿੱਚ ਰਹਿੰਦੇ ਆ। ਦੇਖੋ ਸਾਡੇ ਆ ਟਰੱਕ ਆ ਤੁਸੀਂ ਦੇਖ ਰਹੇ ਹੋ ਮੇਰਾ ਇਹਦੇ ਵਿੱਚ ਪੱਕਾ ਬੈਗ ਪਿਆ ਆ। ਔਰ ਅਸੀਂ ਹੁਣ ਤੁਸੀਂ ਇੱਕ ਫੋਨ ਕੀਤਾ, ਹੁਣ ਵੀ ਅਸੀਂ ਡੱਲੇਵਾਲ ਸਾਹਿਬ ਨਾਲ ਬੈਠੇ ਸੀਗੇ। ਦੇਖੋ ਜਿਹੜੀਆਂ ਮੀਟਿੰਗਾਂ ਆ ਉਹ ਤਾਂ ਕਿਸੇ ਸੇਫ ਜਗ੍ਹਾ ਤੇ ਕਰਨੀਆਂ ਹੀ ਪਊਗੀਆਂ। ਜੇ ਕਹੀਏ ਕਿ ਮੀਟਿੰਗਾਂ ਇਸ ਜਗ੍ਹਾ ਤੇ ਹੋ ਜਾਣ, ਧਰਨੇ ਵਾਲੀਆਂ ਜਗ੍ਹਾ ਤੇ ਹੋ ਜਾਣ, ਮੈਂ ਕਹਿੰਦਾ ਉਹ ਸੰਭਵ ਨਹੀਂ ਹੈਗੀਆਂ। ਕਿਉਂਕਿ ਕਈ ਗੱਲਾਂ ਇੱਦਾਂ ਦੀਆਂ ਹੁੰਦੀਆਂ ਪਬਲਿਕਲੀ ਨਹੀਂ ਕਰਨੀਆਂ ਨੇ, ਵਿਉਂਤਬੰਦੀਆਂ ਬਣਾਈਆਂ ਜਾਂਦੀਆਂ। ਕਿਉਂਕਿ ਅੱਜ ਹਰੇਕ ਏਜੰਸੀ ਦੀ ਨਿਗਾਹ ਸਾਡੇ ਤੇ ਲੱਗੀ ਹੋਈ ਆ ਵੀ ਇਹ ਕੀ ਸਲਾਹਾਂ ਕਰ ਰਿਹਾ, ਇਹਨਾਂ ਦੀ ਅਗਲੀ ਵਿਉਂਤਬੰਦੀ ਕੀ। ਇਹਨਾਂ ਨੂੰ ਦੇਖਦੇ ਹੋਏ ਜਿਹੜਾ ਮੀਟਿੰਗਾਂ ਤਾਂ ਹੋਟਲਾਂ ਦੇ ਵਿੱਚ ਹੀ ਕਰਨੀਆਂ ਪੈਣਗੀਆਂ, ਸੇਫ ਜਗ੍ਹਾ ਤੇ ਹੀ ਕਰਨੀਆਂ ਪੈਣਗੀਆਂ। ਪਰ ਜਿਹੜੀ ਸਾਡੀ ਰਿਹਾਇਸ਼ ਆ, ਰਿਹਾਇਸ਼ ਤੁਸੀਂ ਦੇਖ ਸਕਦੇ ਆ। ਅਸੀਂ ਇੱਥੇ ਰਜਾਈਆਂ ਤਾਂ ਸਾਡੇ ਭਰਾ ਬੈਠੇ ਆ ਸਾਰੇ, ਵਿੱਚ ਸਾਡੇ ਪੂਰੇ ਇੱਥੇ ਬਿਸਤਰੇ ਲੱਗੇ ਹੋਏ ਆ। ਔਰ ਸਵੇਰੇ ਤੁਸੀਂ ਸਾਨੂੰ ਇੱਥੇ ਪੈਟਰੋਲ ਪੰਪ ਤੇ ਦੇਖ ਸਕਦੇ ਆ, ਇਸ਼ਨਾਨ ਕਰੀਦਾ ਆ, ਉੱਥੇ ਨਹਾਈਦਾ, ਆਪਣੇ ਕੱਪੜੇ ਧੋਈਦੇ ਆ ਜੀ। ਪ੍ਰੀਤ ਬਿੱਟੂ ਹੋਰੀ ਵੀ ਕਹਿੰਦੇ ਨੇ, ਕਹਿੰਦੇ ਜਿਸ ਦਿਨ ਪਾਣੀ ਦੀਆਂ ਬੁਛਾੜਾਂ ਪਈਆਂ ਉਹ ਵੀ ਆਮ ਕਿਸਾਨ ਤੇ ਪਈਆਂ, ਜੇ ਡੰਡੇ ਪਏ ਉਹ ਵੀ ਆਮ ਕਿਸਾਨ ਨੂੰ ਪਏ। ਕਹਿੰਦੇ ਕੋਈ ਮੈਨੂੰ ਦੱਸ ਦਿਓ ਵੀ ਜੇ ਕੋਈ ਕਿਸਾਨ ਆਗੂ ਮੋਹਰੇ ਸੀਗਾ ਜਿਹਦੇ ਪਛਾਣ ਦੀ ਵਿਛਾੜ ਪਈ, ਕਿਸੇ ਨੂੰ ਡੰਡੇ ਪਏ। ਮੈਂ ਬਿੱਟੂ ਜੀ ਨੂੰ ਇਹ ਜਵਾਬ ਦੇਣਾ ਚਾਹੁੰਦਾ। ਜਿਸ ਦਿਨ ਸ਼ੰਭੂ ਬਾਰਡਰ ਟੁੱਟਾ ਜੀ, ਔਰ ਅਸੀਂ ਪਹਿਲਾਂ ਉੱਥੇ 9 ਵਜੇ ਪਹੁੰਚ ਗਏ ਆ। ਸਾਡੀਆਂ ਤਕਰੀਬਨ ਵੀਡੀਓ ਦੇ ਵਿੱਚ ਵੀ ਸਾਡੀ ਕਿਸਾਨ ਜਥੇਬੰਦੀਆਂ ਦੇ ਪੀਲੇ ਝੰਡੇ ਸੀਗੇ ਉੱਥੇ। ਇਹ ਕਹਿੰਦੇ ਕਿ ਕਿਸਾਨ ਆਗੂ ਪਿੱਛੇ ਸੀ। ਕਿਸਾਨ ਆਗੂ ਕਿਉਂ ਪਿੱਛੇ ਸੀ? ਹਾਂ, ਸਾਡੇ ਵੀਰ ਜ਼ਰੂਰ ਪਹਿਲਾਂ ਜਾ ਕੇ ਉਹਨੂੰ ਤੋੜ ਰਹੇ ਸੀਗੇ। ਔਰ ਜਦੋਂ ਅਸੀਂ ਉੱਥੇ ਪਹੁੰਚੇ 9:15 ਦੇ ਕਰੀਬ, ਤੇ ਅਸੀਂ ਵੀ ਜਾ ਕੇ ਜਿਹੜੇ ਉੱਥੇ ਬੈਰੀਕੇਡ ਤੋੜੇ ਆ, ਬਿਲਕੁਲ ਪ੍ਰਤੱਖ ਸਬੂਤ ਆ ਸਾਡੇ ਕੋਲ। ਮੈਂ ਬਿੱਟੂ ਜੀ ਨੇ ਇਹ ਗੱਲ ਕਹਿਣਾ ਚਾਹੁੰਦਾ ਕਿ ਇਹ ਚਲੋ ਇਦਾਂ ਦਾ ਤੁਸੀਂ ਬਿਆਨਬਾਜ਼ੀ ਨਾ ਕਰਿਆ ਕਰੋ। ਜੇ ਤਾਂ ਤੁਸੀਂ ਆਏ ਤਾਂ ਫਿਰ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹ ਤਾਂ ਬਿਨਾਂ ਦੇਖਣ ਤੋਂ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਇੱਕ ਕਿਸਾਨ ਜਥੇਬੰਦੀਆਂ ਨੂੰ ਟਾਰਗੇਟ ਨਾ ਬਣਾਓ। ਜੇ ਅੱਜ ਕਿਸਾਨ ਜਥੇਬੰਦੀਆਂ ਮੋਹਰੇ ਲੱਗ ਕੇ ਤੁਰ ਪਈਆਂ, ਜੇ ਕਿਸਾਨਾਂ ਨੂੰ ਵਿਸ਼ਵਾਸ ਆ, ਇਹਨਾਂ ਦਾ ਵਿਸ਼ਵਾਸ ਖਤਮ ਕਰਨ ਵਾਸਤੇ ਇਹੋ ਜਿਹਾ ਜਿਹੜੇ ਆ ਬਿਆਨ ਮੇਰੇ ਹਿਸਾਬ ਨਾਲ ਤਾਂ ਨਹੀਂ ਹੈਗੇ ਚੰਗੇ। ਯੰਗਵੀਰ ਜੀ, ਹੁਣ ਵੀ ਤੁਸੀਂ ਮੀਟਿੰਗ ਕਰਕੇ ਆਏ ਹੋ, ਇਸ ਟਾਈਮ ਪੋਜੀਸ਼ਨ ਕੀ ਲੱਗ ਰਹੀ ਹੈ? ਕਿਸਾਨ ਜਥੇਬੰਦੀਆਂ ਦੇ ਮਨ 'ਚ ਕੀ ਚੱਲ ਰਿਹਾ, ਕੀ ਵਿਉਂਤਬੰਦੀ ਹੋ ਰਹੀ ਹੈ? ਦੇਖੋ, ਵਿਉਂਤਬੰਦੀ ਕੀ ਹੈਗੀ ਆ, ਅਸੀਂ ਤਾਂ ਸ਼ੁਰੂ ਤੋਂ ਲੈ ਕੇ ਇਹ ਤੁਰੇ ਸੀ ਕਿ ਜਿਹੜੇ 3 ਖੇਤੀ ਕਾਨੂੰਨ ਆ ਉਹਨਾਂ ਨੂੰ ਰੱਦ ਕਰਵਾਉਣਾ ਆ, ਤੇ 2 ਜਿਹੜੇ ਆਰਡੀਨੈਂਸ ਆ ਉਹਨਾਂ ਬਾਰੇ ਕੀ ਵਿਚਾਰ ਕਰਨਾ। ਦੇਖੋ, ਪਿਛਲੇ ਸਮੇਂ ਤੋਂ ਲਗਾਤਾਰ ਮੀਟਿੰਗਾਂ ਚੱਲਦੀਆਂ ਰਹੀਆਂ।
ਔਰ ਆਪ ਸਾਰਿਆਂ ਨੂੰ ਪਤਾ ਹੀ ਆ ਕਿ 5ਵੀਂ ਮੀਟਿੰਗ ਤੱਕ ਤਕਰੀਬਨ ਕੋਈ ਰਿਜ਼ਲਟ ਨਹੀਂ ਸੀ ਨਿਕਲਿਆ, ਕਿਉਂਕਿ ਉਹਦੇ ਵਿੱਚ ਸਾਡੇ ਤੋਂ ਹੀ ਪੱਖ ਪੁੱਛਿਆ ਜਾ ਰਿਹਾ ਸੀ ਕਿ ਇਹਦੇ ਵਿੱਚ ਕੀ ਹੈਗਾ ਕੀ ਨਹੀਂ ਹੈਗਾ। ਸਾਡੇ ਤੇ ਡਿਬੇਟਾਂ ਚੱਲ ਰਹੀਆਂ ਸੀ, ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਸੀ ਔਰ ਉਹਨਾਂ ਨੂੰ ਦੱਸਿਆ ਜਾ ਰਿਹਾ ਸੀ। ਅਖੀਰ ਉਹਨਾਂ ਨੂੰ ਇਹ ਗੱਲ ਮੰਨਣੀ ਹੀ ਪੈ ਗਈ ਕਿ ਇਹਦੇ ਵਿੱਚ 8-9 ਜਿਹੜੇ ਪੁਆਇੰਟ ਆ ਉਹ ਗਲਤ ਆ, ਕਿਉਂਕਿ ਜਿਨ੍ਹਾਂ ਤੇ ਬਹਿਸ ਹੋਈ ਸੀ। ਪਹਿਲਾਂ ਤਾਂ ਸਰਕਾਰ ਇਸ ਗੱਲ ਤੇ ਵਜੇਦ ਸੀ ਕਿ ਜਿਹੜੇ ਸਾਡੇ ਬਣਾਏ ਕਾਨੂੰਨ ਬਿਲਕੁਲ ਸਹੀ ਆ ਔਰ ਪਿੰਡਾਂ 'ਚ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਿੰਡਾਂ ਦੇ ਵਿੱਚ ਆਪਣੀਆਂ ਪਾਰਟੀ ਦੇ ਨੁਮਾਇੰਦਿਆਂ ਨੂੰ ਭੇਜਣ ਦੀ ਗੱਲ ਕੀਤੀ ਜਾ ਰਹੀ ਸੀ ਕਿ ਇਹਨਾਂ ਨੂੰ ਸਮਝਾਇਆ ਜਾਵੇ, ਪਰ ਉਸ ਤੋਂ ਉਲਟ ਕੀ ਹੋਇਆ ਤੇ ਉਹਨਾਂ ਨੇ ਇਹ ਗੱਲ ਸਵੀਕਾਰ ਲਈ ਆ ਕਿ ਕਾਨੂੰਨਾਂ ਦੇ ਵਿੱਚ ਸੋਧ ਕਰਨ ਦੀ ਗੱਲ ਕੀਤੀ ਗਈ। ਹੁਣ ਸੰਸ਼ੋਧਨ ਦੀ ਗੱਲ ਕੀਤੀ ਗਈ ਸੀ, ਅਮੈਂਡਮੈਂਟ ਦੀ ਗੱਲ ਕੀਤੀ ਗਈ ਸੀ, ਤਾਂ ਕਿਤੇ ਨਾ ਕਿਤੇ ਜੇ ਗਲਤ ਆ ਤੇ ਫਿਰ ਹੀ ਉਹ ਇਸ ਸਟੇਜ ਤੇ ਆਏ ਆ। ਅਦਰਵਾਈਜ਼ ਜੇ ਉਹਨਾਂ ਦੇ ਸਹੀ ਸੀ ਫਿਰ ਉਹ ਅੜੇ ਰਹਿੰਦੇ। ਪਰ ਇੱਥੇ ਦੇਖਣ ਦੀ ਇੱਕ ਗੱਲ ਹੋ ਰਿਹਾ, ਹੁਣ ਅੱਜ ਵੀ ਸਾਨੂੰ ਇੱਕ ਖਬਰਾਂ ਦਾ ਪਤਾ ਲੱਗਿਆ ਕਿ ਹੁਣ ਵੀ ਉਹ ਪਿੰਡਾਂ 'ਚ ਜਾ ਕੇ ਸਮਝਾਉਣ ਦੀ ਗੱਲ ਕਰ ਰਹੇ ਆ ਕਿ ਹੁਣ ਵੀ ਅਸੀਂ ਜਿਹੜਾ ਕਿਸਾਨਾਂ ਨੂੰ ਸਮਝਾਉਣਾ। ਮੈਂ ਤਾਂ ਇੱਥੇ ਇਹ ਗੱਲ ਇਹਨਾਂ ਨੂੰ ਸਰਕਾਰ ਨੂੰ ਦੱਸਣੀ ਚਾਹੁੰਦਾ ਕਿ ਤੁਸੀਂ ਉੱਥੇ ਜਾ ਕੇ ਜ਼ਰੂਰ ਸਮਝਾਉਣਾ, ਤੁਸੀਂ ਇੱਥੇ ਸਟੇਜ ਤੇ ਆ ਜਾਓ। ਇੱਥੇ ਲੱਖਾਂ ਕਿਸਾਨ ਬੈਠੇ, ਤੁਸੀਂ ਇਹਨਾਂ ਨੂੰ ਸਮਝਾ ਲਓ। ਜੇ ਸਮਝਾ ਲੈਨੇ ਤਾਂ ਜੇ ਸਾਡਾ ਕਿਸਾਨ, ਜੇ ਸਾਡਾ ਕੇਡਰ ਸਹਿਮਤ ਹੈ ਫਿਰ ਸਾਨੂੰ ਕੀ ਪ੍ਰੋਬਲਮ ਆ, ਇਹਨਾਂ ਨੂੰ ਸਮਝਾ ਲਓ। ਜੇ ਸਮਝ ਜਾਂਦੇ ਤਾਂ ਠੀਕ, ਅਸੀਂ ਜ਼ਰੂਰ ਅੰਦੋਲਨ ਕਰਨਾ। ਸਾਡਾ ਇੰਨੀ ਠੰਡ ਦੇ ਵਿੱਚ ਬਹਿਣ ਦਾ ਮਕਸਦ ਕੀ ਆ? ਮਤਲਬ ਜੇ ਕਿਤੇ ਨਾ ਕਿਤੇ ਗਲਤੀਆਂ ਸਰਕਾਰ ਜਿਹੜੀ ਆ ਉਹ ਇਹਨੂੰ ਮੰਨ ਚੁੱਕੀ ਆ ਔਰ ਇਹਨਾਂ ਨੂੰ ਵਾਪਸ ਲੈਣੀ ਪੈਣੇ। ਹਰਜੀਤ ਗਰੇਵਾਲ ਭਾਜਪਾ ਦੇ ਵੱਡੇ ਚਿਹਰੇ ਨੇ, ਪੰਜਾਬ ਨੂੰ ਲੀਡ ਕਰਦੇ ਨੇ। ਉਹ ਕਹਿੰਦੇ ਨੇ ਮਾਫ ਕਰਨਾ, ਉਹ ਕਹਿੰਦੇ ਨੇ ਵੀ ਜੋ ਕੁਝ ਕਰਨਾ ਸੀ ਕਰ ਦਿੱਤਾ, ਹੁਣ ਸੇਵਾ ਵੀ ਕਿਸਾਨਾਂ ਦੀ ਜਿੰਨੀ ਕਰਨੀ ਸੀ ਕਰ ਦਿੱਤੀ, ਇਸ ਤੋਂ ਬਾਅਦ ਹੁਣ ਕੁਝ ਨਹੀਂ ਕਰਨਾ, ਜਿੱਦਾਂ ਮਰਜ਼ੀ ਕਰ ਲੈਣ ਕਿਸਾਨ। ਦੇਖੋ, ਹਰਜੀਤ ਗਰੇਵਾਲ ਦੇ ਤਾਂ ਬਿਆਨ ਹੀ ਪਹਿਲਾਂ ਪੁੱਠੇ ਹੁੰਦੇ ਆ। ਉਹ ਤਾਂ ਪਹਿਲਾਂ ਵੀ ਕਈ ਵਾਰ ਤੁੱਕੀਆਂ ਜਿਹੀਆਂ ਗੱਲਾਂ ਕਰ ਚੁੱਕੇ ਆ। ਮੈਂ ਉਹਦੇ ਬਾਰੇ ਕਹਿਣਾ ਨਹੀਂ ਚਾਹੁੰਦਾ। ਜਿੰਨੀ ਸੇਵਾ ਕਰਨੀ ਸੀ ਅਸੀਂ ਕਰ ਚੁੱਕੇ ਅਸੀਂ ਸੇਵਾ ਕਰਾਉਣ ਨਹੀਂ ਗਏ ਸੀ। ਇੱਕ ਵਾਰੀ ਉਹਨਾਂ ਦਾ ਲੰਗਰ ਪ੍ਰਸ਼ਾਦਾ ਛਕਿਆ ਸੀ, ਉਹ ਵੀ ਚੈਨਲਾਂ ਦੇ ਵਿੱਚ ਦੀ ਉਹਨਾਂ ਨੇ ਦਿਖਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਤਾਂ ਅਸੀਂ ਲੰਗਰ ਪਾਣੀ ਵੀ ਆਪਣਾ ਛਕਿਆ। ਅਸੀਂ ਸੇਵਾ ਕਰਨ, ਉਹਨਾਂ ਤੋਂ ਸੇਵਾ ਕਰਵਾਉਣ ਨਹੀਂ ਗਏ। ਅਸੀਂ ਤਾਂ ਸਾਡੇ ਕਿਸਾਨਾਂ ਦੇ ਨਾਲ ਅਸੀਂ ਆਪਣੇ ਹੱਕ ਲੈਣ ਆਏ ਆ, ਜਿਹੜੇ ਸਾਡੇ ਤੋਂ ਇਹਨਾਂ ਨੇ ਹੱਕ ਖੋਏ ਆ। ਔਰ ਗੱਲ ਸੇਵਾ ਦੀ ਨਹੀਂ ਹੈਗੀ ਆ, ਅੱਜ ਗੱਲ ਹੱਕ ਦੀ ਆ, ਸੱਚ ਦੀ ਆ। ਸਾਡੇ ਕਿੱਤੇ ਦੀ ਗੱਲ ਆ। ਜਿਹੜਾ ਸਾਡਾ ਕਿੱਤਾ ਸਾਡੇ ਤੋਂ ਖੋਇਆ ਜਾ ਰਿਹਾ ਆ, ਇਹ ਅਸੀਂ ਕੋਈ ਇਹਨਾਂ ਤੋਂ ਭੀਖ ਨਹੀਂ ਮੰਗਣ ਆਏ। ਅਸੀਂ ਜਿਹੜੇ ਸਾਡੇ ਲਗਾਤਾਰ ਹੱਕ ਪਹਿਲਾਂ ਤੋਂ ਸਾਨੂੰ ਮਿਲੇ ਸੀ, ਉਹ ਜ਼ਮੀਨਾਂ ਖੋਹਣ ਦੀ ਗੱਲ ਹੋਈ ਸੀ, ਉਹ ਅੱਜ ਇਹ ਜਿਹੜੇ ਹੱਕ ਇਹਨਾਂ ਨੇ ਸਾਡੇ ਤੋਂ ਖੋਏ ਆ, ਉਹ ਅਸੀਂ ਹੱਕ ਲੈਣ ਵਾਸਤੇ ਆਏ ਆ। ਹੋਰ ਕੋਈ ਇਹ ਸਾਡੇ ਤੇ ਆਸਾਨ ਨਹੀਂ ਕਰ ਰਿਹਾ। ਅੱਗੇ ਦੀ ਕੀ ਰਣਨੀਤੀ ਹੈ ਹੁਣ, ਕਿਉਂਕਿ ਸਰਕਾਰ ਆਪਣੀ ਜਿੱਤ ਜਿਹੜੀ ਹੈ, ਮੀਟਿੰਗ ਦਾ ਸਿਲਸਿਲਾ ਕੀ ਹੈ? ਕਿਉਂਕਿ ਡਾਇਲੋਗ ਰੁਕ ਗਿਆ ਸਰਕਾਰ ਦਾ ਤੇ ਕਿਸਾਨ ਆਗੂਆਂ ਦਾ। ਡਾਇਲੋਗ ਹੋ ਸਕਦਾ ਸਰਕਾਰ ਦੇ ਨਾਲ ਹੁਣ ਕੋਈ ਹੈ, ਬਣਾਈ ਹੈ ਕੋਈ ਰਣਨੀਤੀ ਇਹਨੂੰ ਲੈ ਕੇ? ਦੇਖੋ, ਕਿਤੇ ਨਾ ਕਿਤੇ ਡੈਡਲੌਕ ਲੱਗ ਗਿਆ ਸੀਗਾ, ਆਪ ਸਾਰਿਆਂ ਨੂੰ ਪਤਾ ਆ ਉੱਥੇ, ਕਿਉਂਕਿ ਸਾਡੇ ਵੀ ਪੱਲੇ ਜਦੋਂ ਕੁਝ ਨਹੀਂ ਸੀ ਪੈਂਦਾ ਤੇ ਅਸੀਂ ਵੀ ਕਹਿਤਾ ਸੀ ਜੈਸ ਜਾਂ ਨੋ ਦੇ ਵਿੱਚ ਸਾਨੂੰ ਜਵਾਬ ਦੇ ਦਿਓ। ਪਰ ਕਿਤੇ ਨਾ ਕਿਤੇ ਹੁਣ ਸਰਕਾਰ ਫਿਰ ਗੱਲਬਾਤ ਕਰਨ ਵਾਸਤੇ ਤਿਆਰ ਆ। ਜਿੱਥੇ ਉਹਨਾਂ ਨੂੰ ਇੰਨੀਆਂ ਗਲਤੀਆਂ ਬਾਰੇ ਦੱਸਿਆ ਗਿਆ, 8 ਗਲਤੀਆਂ ਤਾਂ ਉਹ ਮੰਨ ਹੀ ਗਏ ਆ ਕਿ 8 ਹੈਗੀਆਂ ਆ। ਜੇ ਉਹਨਾਂ ਦੇ ਦਿਮਾਗ ਦੇ ਵਿੱਚ ਹਾਲੇ ਵੀ ਕੋਈ ਭਰਮ ਆ, ਹਾਲੇ ਵੀ ਕੋਈ ਸ਼ੰਕਾ ਹੈਗੀ ਆ, ਅਸੀਂ ਟੇਬਲ ਟਾਕ ਕਰਨ ਤੋਂ ਕਦੀ ਨਹੀਂ ਭੱਜੇ। ਅਸੀਂ ਤਾਂ ਹੁਣ ਵੀ ਉਹਨਾਂ ਨੂੰ ਕਹਿੰਦੇ ਆ, ਕੋਈ ਗੱਲ ਨਹੀਂ, ਜੇ ਕੋਈ ਸ਼ੰਕਾ ਤੁਹਾਡੇ ਦਿਮਾਗ ਦੇ ਵਿੱਚ ਹੈਗੀ ਆ, ਟੇਬਲ ਟਾਕ ਕਰਕੇ ਤੁਹਾਨੂੰ ਦੱਸ ਦਿੰਦੇ ਆ ਵੀ ਕਿੱਥੇ ਗਲਤ ਕਿੱਥੇ ਸਹੀ ਆ। ਤੇ ਕੋਈ ਗੱਲ ਨਹੀਂ, ਐਡੀ ਟੇਬਲ ਟਾਕ ਕਰ ਲੈਣ। ਅਸੀਂ ਜਥੇਬੰਦੀਆਂ ਕਦੀ ਨਹੀਂ ਭੱਜੀਆਂ ਕਿ ਅਸੀਂ ਟੇਬਲ ਟਾਕ ਤੇ ਬਹਿ ਕੇ ਗੱਲ ਨਹੀਂ ਕਰਨੀ। ਅਸੀਂ ਕਦੀ ਮੀਟਿੰਗ ਤੋਂ ਨਹੀਂ ਭੱਜੀਆਂ। ਅਸੀਂ ਤਾਂ ਸਿਰਫ ਇਹਦਾ ਹੱਲ ਲੱਭਦੇ ਆ, ਕਿਉਂਕਿ ਜੇ ਇਹ ਕਾਨੂੰਨ ਉਹ ਸਵੀਕਾਰ ਕਰਕੇ ਗਲਤ ਆ ਤੇ ਉਹਨਾਂ ਨੂੰ ਵਾਪਸ ਲੈਣ ਦੇ ਵਿੱਚ ਮੇਰੇ ਹਿਸਾਬ ਨਾਲ ਤਾਂ ਕੋਈ ਹਰਜ ਨਹੀਂ ਹੋਣਾ ਚਾਹੀਦਾ ਸੀਗਾ। ਹਾਲੇ ਵੀ ਜੇ ਕੋਈ ਹਰਜ ਹੈਗਾ ਜਾਂ ਹਾਲੇ ਵੀ ਕੋਈ ਸ਼ੰਕਾ ਹੈਗੀ, ਦੂਰ ਕਰਨ ਵਾਸਤੇ ਅਸੀਂ ਤਿਆਰ। 15 ਤਰੀਕ ਦੀ ਵੀ ਚਰਚਾ ਚੱਲ ਰਹੀ ਹੈ ਵੀ 15 ਤਰੀਕ ਨੂੰ ਕਿਸਾਨ ਜਥੇਬੰਦੀਆਂ ਦੀ ਤੇ ਸਰਕਾਰ ਦੀ ਫਿਰ ਮੀਟਿੰਗ ਹੈ। ਉਹ ਕਿੰਨੀ ਕੁ ਸੱਚਾਈ ਹੈ ਇਸ ਗੱਲ? ਦੇਖੋ, ਹਾਲੇ ਤੱਕ ਕੋਈ ਸਾਨੂੰ ਲੀਗਲ ਜਾਂ ਅਨਲੀਗਲ ਫੋਨ ਨਹੀਂ ਆਇਆ, ਨਾ ਕੋਈ ਚਿੱਠੀ ਪੱਤਰ ਆਇਆ। ਇਹਦੇ ਬਾਰੇ ਹਾਲੇ ਸਾਨੂੰ ਕੋਈ ਪਤਾ ਨਹੀਂਗਾ। ਹੋ ਸਕਦਾ ਸਰਕਾਰ ਮੀਟਿੰਗ ਬੁਲਾ ਲਵੇ, ਪਰ ਸਾਡੀਆਂ ਆਪਣੀਆਂ ਵਿਉਂਤਬੰਦੀਆਂ ਹੈਗੀਆਂ। ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸ ਦੇਣੀ ਚਾਹੁੰਦਾ। ਦੇਖੋ, ਅੱਜ ਇੱਕ ਦਿੱਲੀ ਤੇ ਜੈਪੁਰ ਵਾਲਾ ਰੋਡ ਰੁਕਣਾ ਸੀਗਾ, ਕਿਉਂਕਿ ਜੋ ਪਿਛਲੀਆਂ ਮੀਟਿੰਗਾਂ ਦੇ ਵਿੱਚ ਸਾਡਾ ਹੋਇਆ ਆ, ਉਹ ਅੱਜ ਥੋੜਾ ਡਿਲੇ ਹੋ ਗਿਆ। ਉਹ ਕੱਲ ਰੋਕ ਦੇਣਾ ਉਹਨਾਂ ਨੇ। ਉਹਦਾ ਕਾਰਨ ਕੀ ਹੈ, ਕਿਉਂ ਨਹੀਂ ਰੋਕਿਆ? ਉਹ ਥੋੜਾ ਉਹਨਾਂ ਦੀ ਆਪਣੀ ਨਿੱਜੀ ਪ੍ਰੋਬਲਮ, ਕਿਉਂਕਿ ਰਾਜਸਥਾਨ ਤੋਂ ਆਉਣਾ ਸੀ, ਕੁਝ ਹਰਿਆਣੇ ਤੋਂ ਆਉਣੇ ਸੀ ਕਿਸਾਨ। ਉਹਨਾਂ ਦਾ ਤਾਲਮੇਲ 'ਚ ਥੋੜੀ ਕਮੀ ਰਹਿ ਗਈ ਸੀ, ਕਿਉਂਕਿ 2-3 ਦਿਨਾਂ ਦਾ ਵਕਤ ਸੀਗਾ। ਉਹਦੇ ਕਰਕੇ ਥੋੜੀ ਕਮੀ ਕਰਕੇ ਉਹ ਕੱਲ ਰੋਕ ਦੇਣਗੇ। ਔਰ ਅੱਜ ਟੋਲ ਪਲਾਜ਼ੇ ਵੀ ਤਕਰੀਬਨ ਆਲ ਇੰਡੀਆ ਦੇ ਤਕਰੀਬਨ ਰੁਕ ਗਏ ਸੀ। ਥੋੜੇ ਬਹੁਤੇ 1-2 ਤਾਂ ਚਲੋ ਰਹਿ ਹੀ ਜਾਂਦੇ, ਉਹਦੇ ਵਿੱਚ ਸਾਨੂੰ ਕੋਈ ਐਡਾ ਉਹ ਨਹੀਂਗਾ। ਸਾਡਾ ਜਿਹੜਾ ਪ੍ਰੋਗਰਾਮ ਆ, ਅਸੀਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰ ਰਹੇ ਹਾਂ। ਦੇਖੋ, ਜੇ ਸਰਕਾਰ ਨਹੀਂ ਮੰਨ ਰਹੀ, ਅਸੀਂ ਇਸ ਸੰਘਰਸ਼ ਨੂੰ ਥੋੜਾ ਹੋਰ ਤੇਜ਼ ਕਰੀ ਜਾਂਦੇ ਹਾਂ। ਸਰਕਾਰ ਨੂੰ ਮੰਨਣ ਵਾਸਤੇ ਮਜਬੂਰ ਕਰਾਂਗੇ। ਅਸੀਂ ਜਿੰਨੇ ਵੀ ਡੀਸੀ ਦਫ਼ਤਰ ਆ ਆਪਣੇ, ਉਹਨਾਂ ਦਾ ਮਤਲਬ ਉਹਨਾਂ ਦੇ ਸਾਹਮਣੇ ਬੈਠ ਕੇ ਅਸੀਂ ਪ੍ਰੋਟੈਸਟ ਕਰਾਂਗੇ। ਸਾਡੀਆਂ ਕਿਸਾਨ ਜਥੇਬੰਦੀਆਂ, ਚਲੋ ਲੱਖਾਂ ਦੀ ਤਾਦਾਦ ਦੇ ਵਿੱਚ ਸਾਡੇ ਕਿਸਾਨ ਵੀਰ ਇੱਥੇ ਵੀ ਪਹੁੰਚ ਗਏ। ਪੂਰਾ ਅੱਜ ਲੱਗਦਾ ਹੈ ਕਿ ਪੂਰਾ ਪੰਜਾਬ ਹੀ ਇੱਥੇ ਆ ਗਿਆ।
ਪਰ ਸਾਡਾ ਪੂਰਾ ਪੰਜਾਬ ਜੇ ਕਹਿੰਦੇ ਛੋਟਾ ਹੈ, ਛੋਟਾ ਹੈ ਨਹੀਂ, ਬਹੁਤ ਵੱਡਾ ਆ ਜੀ। ਤੇ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਆਪਣੇ ਉੱਥੇ 8 ਤਰੀਕ ਨੂੰ ਧਰਨੇ ਲੱਗੇ ਸੀ ਤਾਂ ਉੱਥੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਆ ਉੱਥੇ ਕਿਸਾਨ ਬੈਠੇ ਸੀਗੇ। ਔਰ ਉੱਥੇ ਡੀਸੀ ਦਫ਼ਤਰ ਦੇ ਸਾਹਮਣੇ ਵੀ ਦੇਖਿਓ ਵੱਡੇ ਪੱਧਰ ਤੇ ਜਿਹੜੇ ਪ੍ਰੋਟੈਸਟ ਹੋਣਗੇ, ਜਿਹੜੇ ਮਤਲਬ ਵਿਉਂਤਬੰਦੀ ਆ ਸਾਡੀ, ਅਸੀਂ ਗਾਂ ਤੋਂ ਗਾਂ ਹੋਰ ਪ੍ਰੋਟੈਸਟ ਤੇਜ਼ ਕਰ ਰਹੇ ਹਾਂ। ਇਹ ਕਿਸਾਨ ਜਥੇਬੰਦੀਆਂ ਦੇ ਜਿੰਨੇ ਨੁਮਾਇੰਦੇ ਆ ਉਹ ਇੱਥੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਭੁੱਖ ਹੜਤਾਲ ਤੇ ਬਹਿਣਗੇ। ਮਤਲਬ ਇੱਕ ਸੰਕੇਤਕ ਧਰਨੇ, ਅਸੀਂ ਇੱਕ ਸੰਕੇਤ ਦੇ ਰਹੇ ਹਾਂ ਸਰਕਾਰ ਨੂੰ ਕਿ ਹਾਲੇ ਵੀ ਮੰਨ ਜਾਓ, ਦੇਸ਼ ਦਾ ਅੰਨਦਾਤਾ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ ਆ, ਤੁਹਾਡੇ ਸਾਹਮਣੇ ਭੁੱਖ ਹੜਤਾਲ ਕਰ ਰਿਹਾ ਆ ਕਿ ਕਿਤੇ ਨਾ ਕਿਤੇ ਤੁਸੀਂ ਇਸ ਗੱਲ ਨੂੰ ਸਮਝ ਲਓ। ਇਹ ਸਮਝਣਾ ਪਊਗਾ। ਔਰ 15 ਤਰੀਕ ਦੀ ਜੇ ਗੱਲ ਕਰੀਏ, 15 ਤਰੀਕ ਦਾ ਸਾਡਾ ਕੋਈ ਮੀਟਿੰਗ ਦਾ ਐਡਾ ਨਾ ਸਾਨੂੰ ਕੋਈ ਸੱਦਾ ਹੈ, ਨਾ ਕੋਈ ਪੱਤਰ ਆ, ਨਾ ਕੋਈ ਵਲਵਲੀ ਮੈਸੇਜ ਹੈਗਾ। ਦੇਖੋ ਸਰਕਾਰ ਪਹੁੰਚ ਕਰ ਰਹੀ ਹੈ ਕਿ ਮੀਟਿੰਗਾਂ ਕਰੋ ਜਾਂ ਨਾ ਕਰੋ। ਸੁਣਿਆ ਕੋਈ ਟੈਲੀਫੋਨ ਕੋਈ ਸੁਣਿਆ ਹੈ ਕਿਸੇ ਪਾਸੇ? ਦੇਖੋ 1-2 ਆਗੂਆਂ ਨੂੰ ਆਏ ਹੋਗੇ, ਪਰ ਹਾਲੇ ਤੱਕ ਕੋਈ ਜਿਹੜਾ ਆ ਇਹਦੇ ਬਾਰੇ ਕੋਈ ਵਿਚਾਰ ਨਹੀਂ ਹੈਗਾ ਕਿ ਤਰੀਕ ਕਿੰਨੀ ਹੈਗੀ, ਕਿਉਂਕਿ ਅਗਲਿਆਂ ਨੇ ਕਰਨਾ ਹੀ ਹੁੰਦਾ ਕਿ ਕਿਸਾਨ ਜਥੇਬੰਦੀਆਂ ਗੱਲ ਕਰਨ ਦੇ ਮੂਡ ਦੇ ਵਿੱਚ ਹੈਗੀਆਂ ਕਿ ਨਹੀਂ ਹੈਗੀਆਂ। ਦੇਖੋ ਅਸੀਂ ਕਦੀ ਭੱਜੇ ਨਹੀਂ। ਮੈਂ ਜਿਹੜੀ ਗੱਲ ਤੁਹਾਨੂੰ ਪਹਿਲਾਂ ਕਰਨਾ, ਟੇਬਲ ਟਾਕ ਤੇ ਹੀ ਗੱਲ ਮੁੱਕਣੀ ਆ। ਜਦੋਂ ਅਸੀਂ ਕਿਸੇ ਦੀ ਤਸੱਲੀ ਕਰਾਵਾਂਗੇ, ਉਹ ਸੈਟੀਸਫਾਈ ਹੋਊਗਾ ਤਾਂ ਯਕੀਨਨ ਉਹਨਾਂ ਨੂੰ ਉਹ ਗੱਲ ਮੰਨਣੀ ਪਊਗੀ। ਜੇ ਉਹ ਤਸੱਲੀ ਕਰਾਉਣ ਤੋਂ ਬਾਅਦ ਵੀ ਨਾ ਮੰਨੇ ਤਾਂ ਫਿਰ ਤਾਂ ਉਹ ਇੱਕ ਸਮਝਣਾ ਵੀ ਆਕੜ ਹੀ ਆ ਇੱਕ ਕਿਸਮ ਦੀ, ਵੀ ਮੈਂ ਨਹੀਂ ਕਰਦਾ ਤਾਂ ਨਹੀਂ। ਉਹ ਕਹਿੰਦੇ ਕਿਸਾਨਾਂ ਦੀ ਵੀ ਮੁੱਛ ਦਾ ਸਵਾਲ ਹੈ। ਜੇ ਇੱਧਰ ਦੀ ਸਾਡਾ ਕਹਿੰਦੇ ਨੇ ਮੁੱਛ ਦਾ ਸਵਾਲ, ਤਾਂ ਕਿਸਾਨਾਂ ਦੀ ਵੀ ਹੁਣ ਮੁੱਛ ਦਾ ਸਵਾਲ ਹੀ ਬਣਿਆ। ਕਾਨੂੰਨ ਦੇ ਵਿੱਚ ਸੋਧਾਂ ਇੰਨੀਆਂ ਕਰਨ ਨੂੰ ਅਸੀਂ ਤਿਆਰ ਹੈ ਵੀ ਕਾਨੂੰਨ ਖੋਖਲਾ ਕਰ ਦਿੱਤਾ। ਦੇਖੋ ਕਿਸਾਨ ਦੀ ਮੁੱਛ ਦਾ ਸਵਾਲ ਨਾ ਕਹੀਏ ਆਪਾਂ, ਇਹ ਤਾਂ ਇੱਕ ਨਾ ਕਿਤੇ ਸਰਕਾਰ ਦੀ ਅੜੀ ਆ। ਹੁਣ ਚਲੋ ਅੱਜ ਇਹ ਅਮੈਂਡਮੈਂਟ ਕਰ ਦਿੰਦੇ ਆ, ਮੰਨ ਲਓ ਕਰ ਦਿੰਦੇ ਆ, ਕੀ ਕਰਨਗੇ 2 4 5 ਸਾਡੇ ਕਾਨੂੰਨ ਸੋਧ ਦੇਣਗੇ, ਪਰ ਉਹਦੇ ਵਿੱਚ ਇੰਨੀਆਂ ਕੁ ਗੁੰਝਲਾਂ ਆ, ਇੱਕ ਪੁਆਇੰਟ ਦੇ ਕਈ ਅਰਥ ਨਿਕਲਦੇ ਆ। ਇਦਾਂ ਦੀ ਗੱਲ ਵੀ ਸੀਗੀ ਵੀ ਕਿਸਾਨਾਂ ਦੇ ਵੱਲੋਂ ਸੋਧ ਸ਼ਬਦ ਦਾ ਵਰਤੋਂ ਕੀਤੀ ਗਈ ਸੀ ਜਦੋਂ ਸਰਕਾਰ ਨੂੰ ਪਹਿਲਾਂ ਲਿਖ ਕੇ ਦਿੱਤਾ। ਕਹਿੰਦੇ ਇਹਨਾਂ ਨੇ ਕਿਸਾਨਾਂ ਨੇ ਪਹਿਲਾਂ ਆਪ ਹੀ ਸੋਧ ਦੀ ਗੱਲ ਕੀਤੀ ਸੀ ਤੇ ਆਪਾਂ ਹੁਣ ਸੋਧਾਂ ਕਰਨ ਨੂੰ ਤਿਆਰ ਆ। ਨਹੀਂ ਜੀ ਨਹੀਂ, ਸੋਧਾਂ ਦੀ ਗੱਲ ਤਾਂ ਪਹਿਲੇ ਦਿਨ ਤੋਂ ਹੀ ਨਹੀਂ ਹੋਈ ਸੀਗੀ। ਸੋਧਾਂ ਦੀ ਗੱਲ ਨਹੀਂ ਹੋਈ ਸੀ। ਬਿੱਲ ਰੱਦ ਕਰਨ ਵਾਸਤੇ ਅਸੀਂ ਪੰਜਾਬ ਦੇ ਵਿੱਚੋਂ ਵੀ ਜਦੋਂ ਇਹ ਸੰਘਰਸ਼ ਤੋਰਿਆ ਸੀ। ਜੀਤ ਗਰੇਵਾਲ ਕਹਿੰਦੇ ਔਨ ਰਿਕਾਰਡ ਹੈ ਸਾਡੇ ਕੋਲ ਇਹ ਗੱਲ। ਹਰਜੀਤ ਗਰੇਵਾਲ ਦੇ ਕੋਲ ਤਾਂ ਬਹੁਤ ਰਿਕਾਰਡ ਹੋਊਗੇ। ਉਹ ਤਾਂ ਦੇਖੋ ਕਿਸਾਨਾਂ ਦੇ ਵੀ ਰਿਕਾਰਡ ਆ, ਟੀਵੀ ਤੇ ਦਿਖਾ ਰਹੇ ਆ ਵੀ ਇੱਕ ਕਿਸਾਨ ਕਿਹੜੇ ਕੀ ਕਰ ਰਿਹਾ, ਕੀ ਨਹੀਂ, ਤੇ ਇਹਦੇ ਕੀ ਕਾਰਨ ਆ। ਇਹਨਾਂ ਦੇ ਵੀ ਰਿਕਾਰਡ ਜੇ ਦੇਖੇ ਤਾਂ ਰਿਕਾਰਡ ਮਤਲਬ ਹਰੇਕ ਦੁਨੀਆ ਨੂੰ ਪਤਾ ਆ ਕਿ ਇਹਦਾ ਕੀ ਰਿਕਾਰਡ ਹੈਗਾ। ਜੇ ਅੱਜ ਕਿਸਾਨ ਜਥੇਬੰਦੀਆਂ ਜਿਹੜੇ ਕਿਸਾਨਾਂ ਦੀ ਨੁਮਾਇੰਦਗੀ ਕਰਕੇ ਤੁਰੀਆਂ ਆ, ਇਹਨਾਂ ਨੂੰ ਇਹ ਰਿਕਾਰਡ ਜਨਤਕ ਕਰਕੇ ਇਹਨਾਂ ਨੂੰ ਕੀ ਇਹ ਵਿਸ਼ਵਾਸ ਜਿਹੜਾ ਕਿਸਾਨਾਂ ਦਾ ਇਹਨਾਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਤੋਂ ਉੱਠ ਜਾਊਗਾ। ਇਹ ਇਹਨਾਂ ਦੀ ਗਲਤਫਹਿਮੀ ਆ। ਅੱਜ ਜਿਹੜੀਆਂ ਸਾਡਾ ਕੇਡਰ ਆ, ਸਾਡਾ ਕਿਸਾਨ ਆ, ਅੱਜ ਪੂਰਾ ਕਿਸਾਨ ਜਥੇਬੰਦੀਆਂ ਤੇ ਅੱਜ ਵਿਸ਼ਵਾਸ ਲੈ ਕੇ ਤੁਰਿਆ ਆ। ਆਪ ਮੁਹਾਰੇ ਜਿੱਥੇ ਅੱਗੇ ਸਾਡੇ ਬਜ਼ੁਰਗ ਆਉਂਦੇ ਹੁੰਦੇ ਸੀ ਧਰਨਿਆਂ ਦੇ ਵਿੱਚ, ਅੱਜ ਤੁਸੀਂ ਦੇਖ ਸਕਦੇ ਆ ਸਾਡਾ ਯੂਥ, ਜਿਹਨੂੰ ਨਸ਼ੇੜੀ ਕਿਹਾ ਜਾਂਦਾ ਸੀਗਾ, ਜਿਹਨੂੰ ਕਿਹਾ ਜਾਂਦਾ ਸੀ ਇਹ ਲੋਫਰ ਆ, ਜਿਹਨੂੰ ਮਤਲਬ ਕਈ ਰੂਪ ਦਿੱਤੇ ਜਾਂਦੇ ਸੀ, ਅੱਜ ਉਹੀ ਸਾਡਾ ਜਿਹੜਾ ਨੌਜਵਾਨ ਧਰਨਿਆਂ ਦੇ ਵਿੱਚ ਆ, ਉਹੀ ਮੋਹਰੇ ਹੋ ਕੇ ਇਹਨਾਂ ਨੇ ਬੈਰੀਗੇਡ ਤੋੜੇ ਆ। ਅਸੀਂ ਕਿੱਦਾਂ ਕਹਿ ਦਈਏ ਕਿ ਸਾਡਾ ਜਿਹੜਾ ਨੌਜਵਾਨ ਹੈ ਉਹ ਨਸ਼ੇੜੀ ਆ। ਮਤਲਬ ਇਹ ਇੱਕ ਵੱਡਾ ਫਰਕ ਆ। ਇਹ ਮੈਂ ਵੀਰ ਜੀ ਆਖਰੀ ਸਵਾਲ ਲਾਉਂਗਾ। ਤੁਸੀਂ ਗੱਲ ਕੀਤੀ ਹੈ ਵੀ ਆਮ ਕੇਡਰ ਹੈ ਜਿਹੜਾ ਸਾਡਾ ਕਿਸਾਨਾਂ ਦਾ ਕੇਡਰ ਕਹਿ ਲਈਏ ਜਾਂ ਆਮ ਕਿਸਾਨ ਕਹਿ ਲਈਏ, ਮਜ਼ਦੂਰ ਕਹਿ ਲਈਏ, ਜਿਹੜੇ ਵੀ ਇਸ ਸੰਘਰਸ਼ ਦਾ ਹਿੱਸਾ ਨੇ, ਹਰ ਇੱਕ ਦੇ ਮਨ ਦੇ ਵਿੱਚ ਇਹੀ ਗੱਲ ਦੌੜਦੀ ਹੈ ਜਦੋਂ ਆਪਾਂ ਵੀ ਗੱਲ ਕਰਦੇ ਹਾਂ ਵੀ ਕਹਿੰਦੇ ਜਿਸ ਤਰੀਕੇ ਦੇ ਨਾਲ ਯੂਨਿਟੀ ਆਗੂਆਂ ਦੀ ਬਣੀ ਹੈ ਜਾਂ ਜਥੇਬੰਦੀਆਂ ਦੀ ਬਣੀ ਹੈ, ਇਹ ਕਿਤੇ ਬਿਖਰ ਨਾ ਜਾਣ। ਹੁਣ ਇਹ ਮੈਂ ਸਵਾਲ ਤਾਂ ਕਰ ਰਿਹਾ, ਪਿਛਲੀ ਮੀਟਿੰਗ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਵੀ ਗੁਰਾਮ ਸਾਹਿਬ ਕਹਿੰਦੇ ਸਾਨੂੰ ਸੱਦਾ ਨਹੀਂ ਆਇਆ, ਜਦ ਕਿ ਬਾਕੀ ਕਿਸਾਨ ਜਥੇਬੰਦੀਆਂ ਨੂੰ ਸੱਦਾ ਪਹੁੰਚਿਆ ਔਰ ਉਹ ਮੀਟਿੰਗ ਤੇ ਵੀ ਗਈਆਂ। ਲੱਗਦਾ ਨਹੀਂ ਇਸ ਚੀਜ਼ ਦੇ ਨਾਲ ਆਪਸੀ ਖਟਾਸ ਵੀ ਪੈਦਾ ਹੋ ਸਕਦੀ ਹੈ? ਦੇਖੋ ਸਰਕਾਰ ਜਿਹੜੀ ਆ ਉਹ ਇਹਨਾਂ ਜਥੇਬੰਦੀਆਂ ਨੂੰ ਪਾਉਣ ਵਾਸਤੇ ਕਈ ਹੱਥਕੰਡੇ ਅਪਣਾ ਸਕਦੀਆਂ। ਜਿਹੜਾ ਉਗਰਾਹਾਂ ਜਥੇਬੰਦੀ ਆ, ਸਾਡੀਆਂ 32 ਕਿਸਾਨ ਜਥੇਬੰਦੀਆਂ ਦਾ ਇੱਕ ਪਾਰਟ ਨਹੀਂ। ਪਹਿਲੀ ਗੱਲ ਤਾਂ ਇਹ ਆ, ਉਹ ਇੱਕ ਵੱਖਰੀ ਉਹਨਾਂ ਦੀ ਜਥੇਬੰਦੀ ਆ, ਸਾਡੇ ਤਾਲਮੇਲ ਦੇ ਨਾਲ ਉਹ ਚੱਲ ਰਹੀ ਆ। ਕਿਉਂਕਿ ਇਹ ਜਿਹੜਾ ਹੁਣ ਸਾਡਾ ਏਜੰਡਾ ਇੱਕ ਹੋ ਚੁੱਕਾ ਆ, ਸਾਡੀ ਲੜਾਈ ਇੱਕ ਆ, ਉਹ ਸਾਡੇ ਨਾਲ ਤਾਲਮੇਲ ਕਰਕੇ ਚੱਲ ਰਹੀ। ਜਦੋਂ ਵੀ ਕੋਈ ਸੈਂਟਰ ਦੇ ਵਿੱਚ ਮੀਟਿੰਗ ਆਉਂਦੀ ਆ, ਉਸ ਜਥੇਬੰਦੀ ਨੂੰ ਸੈਂਟਰ ਦੇ ਵਿੱਚੋਂ ਹੀ ਇੱਕ ਸੱਦਾ ਪੱਤਰ ਭੇਜਿਆ ਜਾਂਦਾ, ਨਾ ਕਿ ਸਾਡੇ 32 ਕਿਸਾਨ ਜਥੇਬੰਦੀਆਂ ਦੇ ਨਾਲ ਆਉਂਦਾ ਸੱਦਾ। ਸਾਡੇ ਤੇ ਤਾਂ ਇਤਰਾਜ਼ਗੀ ਵਾਲਾ ਉਹਨਾਂ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਸਰਕਾਰ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਸੱਦਾ ਨਹੀਂ ਭੇਜਿਆ। ਹੋ ਸਕਦਾ ਕਿ ਸਾਨੂੰ ਆਪਸ ਵਿੱਚ ਪਾੜਨ ਵਾਸਤੇ ਜਿਹੜਾ ਇਹ ਕੁਝ ਕੀਤਾ ਹੋਵੇ, ਪਰ ਉਹ ਇਸ ਮਸਲੇ ਦੇ ਵਿੱਚ ਸਾਡੇ ਨਾਲ ਪੂਰੇ ਸਹਿਮਤ ਰਹੇ ਅੱਜ ਤੱਕ। ਕੋਈ ਇਦਾਂ ਦਾ ਕਿਸੇ ਦਾ ਮਤਭੇਦ ਨਹੀਂ, ਕਿਉਂਕਿ ਅਸੀਂ 3 ਬਿੱਲਾਂ ਦੇ ਖਿਲਾਫ ਜਿਹੜੇ ਖੜੇ ਹੋਏ ਆ, ਇਹ 2 ਆਰਡੀਨੈਂਸ, ਇੱਕ ਬਿਜਲੀ ਦਾ ਤੇ ਇੱਕ ਪਰਾਲੀ ਦਾ। ਉਹ ਸਾਡਾ ਮਕਸਦ ਇੱਕ ਹੀ ਹੈਗਾ ਆ
ਔਰ ਜਿਹੜਾ ਇਸ ਮਸਲੇ ਤੇ ਸਾਡਾ ਮਕਸਦ ਇੱਕ ਆ, ਜੇ ਹੋਰ ਕੋਈ ਉਹਨਾਂ ਦੇ ਆਪਣੇ ਵੱਖਰੇ ਮੁੱਦੇ ਹੋਣਗੇ ਉਹਨਾਂ ਦੇ ਨਾਲ ਸਾਡੀ ਵਿਚਾਰਧਾਰਾ ਨਹੀਂ ਰਲਦੀ ਜੀ। ਜੰਗਵੀਰ ਸਿੰਘ ਜੀ, ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਜੀ ਧੰਨਵਾਦ ਜੀ ਤੁਹਾਡਾ। ਤਾਂ ਇਹ ਸਨ ਜੰਗਵੀਰ ਸਿੰਘ ਚੌਹਾਨ, ਦੁਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਨੇ, ਔਰ ਕੇਂਦਰ ਦੇ ਨਾਲ ਕਈ ਮੀਟਿੰਗਾਂ ਹੁਣ ਤੱਕ ਅਟੈਂਡ ਕਰ ਚੁੱਕੇ ਨੇ। ਜਿੰਨੀਆਂ ਵੀ ਪਿਛਲੀਆਂ ਮੀਟਿੰਗਾਂ ਹੋਈਆਂ, ਹਰ ਮੀਟਿੰਗ ਦੇ ਵਿੱਚ ਜੰਗਵੀਰ ਸਿੰਘ ਚੌਹਾਨ ਖੁਦ ਮੌਜੂਦ ਹੁੰਦੇ ਨੇ, ਔਰ ਬਹੁਤ ਸਾਰੀਆਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਵੀ ਤੁਸੀਂ ਜੰਗਵੀਰ ਸਿੰਘ ਹੁਣਾਂ ਤੋਂ ਬਾਕੀ ਕਿਸਾਨ ਆਗੂਆਂ ਦੇ ਨਾਲ ਜਿਹੜੇ ਜੋ ਵੀ ਰਣਨੀਤੀ ਹੁੰਦੀ ਹੈ, ਜਾਂ ਸਰਕਾਰ ਨੂੰ ਕੋਈ ਸੁਣਿਆ ਲਾਉਣਾ ਹੁੰਦਾ, ਜਾਂ ਉਧਰੋਂ ਸੁਣਿਆ ਹੋਣਾ ਕੋਈ ਵੀ ਗੱਲਬਾਤ ਜਿਹੜੀ ਵਿਉਂਤਬੰਦੀ ਆ ਉਹਦੇ ਬਾਰੇ ਕੋਈ ਜਾਣਕਾਰੀ ਉਹ ਵੀ ਦਿੱਤੀ ਜਾਂਦੀ ਹੈ। ਤਾਂ ਹੁਣ ਵੀ ਉਹਨਾਂ ਦੇ ਵੱਲੋਂ ਇੱਕ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਵੀ 14 ਤਰੀਕ ਨੂੰ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਭੁੱਖ ਹੜਤਾਲ ਤੇ ਬੈਠਣਗੇ। ਇੱਕ ਦਿਨ ਦੀ ਭੁੱਖ ਹੜਤਾਲ ਹੋਵੇਗੀ, ਔਰ ਇਸ ਨੂੰ ਇੱਕ ਸੰਕੇਤਕ ਤੌਰ ਦੇ ਉੱਤੇ ਕੇਂਦਰ ਦੇ ਸਾਹਮਣੇ ਰੱਖਿਆ ਜਾਵੇਗਾ ਕਿ ਕੇਂਦਰ ਸਰਕਾਰ ਇਹਨਾਂ ਕਾਨੂੰਨਾਂ ਨੂੰ ਰੱਦ ਕਰੇ ਅਤੇ ਕਿਸਾਨ ਇਸ ਜੰਗ ਨੂੰ ਜਿੱਤ ਕੇ ਵਾਪਸ ਪੰਜਾਬ ਜਾਣ। ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਕੁੰਡਲੀ ਬਾਰਡਰ, ਦਿੱਲੀ। फ्री सेवा फ्री सेवा फ्री सेवा इस्लाम धर्म दा सच्चा मुसलमान फतेह अली खान। आज ही संपर्क करो फतेह अली खान। फोन 95 012 90 481।